ਸਾਡਿਆਂ ਵਡੇਰਿਆਂ ਨੇ ਜਦੋਂ ਇਹਦਾ ਨੀਂਹ ਪੱਥਰ ਰੱਖਿਆ, ਇਹਦੇ 'ਚ ਇੱਟ ਤੋੜ ਕੇ ਨਹੀਂ ਲਾਈ, ਇੱਥੇ ਪੱਠੇ ਆਪਣੇ ਲਾਏ। 7 ਤਰ੍ਹਾਂ ਦੇ ਸੰਚੇ ਸਨ। ਆਪਣੀਆਂ ਇੱਟਾਂ ਜਿਹੋ ਜੀ ਲੋੜ ਆ ਉਹੋ ਜੀ ਤਿਆਰ ਕੀਤੀ। ਫਿਲਾਸਫੀ ਕਹੋ, ਵਿਦਿਅਕ ਅਦਾਰੇ ਏਡੇ ਮਹਾਨ ਹੁੰਦੇ ਆ ਕਿ ਇੱਥੇ ਇੱਟਾਂ ਤੋੜ ਕੇ ਨਹੀਂ ਲਾਈਆਂ ਜਾਂਦੀਆਂ, ਇਹਨਾਂ ਨੂੰ ਸਥਾਪਨਾ ਕੀਤੀ ਜਾਂਦੀ ਹੈ, ਇਹਨਾਂ ਦਾ ਵਜੂਦ ਕਾਇਮ ਕੀਤਾ ਜਾਂਦਾ ਹੈ। ਇਹਦੇ ਸਾਰੇ ਬੂਹੇ ਬਾਰੀਆਂ ਖਾਲਸਾ ਕਾਲਜ ਦੇ ਅਗਰ ਖੋਲ੍ਹ ਦਿਓ ਤੁਸੀਂ, ਤੇ ਇਹਦੇ 'ਚ ਕਮਰਿਆਂ 'ਚ ਬੈਠੇ ਟੀਚਰ ਨੂੰ, ਕਮਰਿਆਂ 'ਚ ਬੈਠੇ ਸਟੂਡੈਂਟ ਨੂੰ ਖਾਲਸਾ ਕਾਲਜ ਦਾ ਗੁਰਦੁਆਰਾ ਸਾਹਿਬ ਨਜ਼ਰ ਆਉਣਾ। ਇਸ ਕਾਲਜ ਦੇ ਵਿੱਚ ਦਾਖਲਾ ਲੈਣ ਵਾਲੇ ਪਹਿਲੇ 3 ਵਿਦਿਆਰਥੀ ਸਨ ਸਿੱਖ, ਹਿੰਦੂ ਤੇ ਮੁਸਲਿਮ ਪਰਿਵਾਰਾਂ 'ਚੋਂ। ਸਪੋਰਟਸ ਵਿੱਚ, ਵਿਦਿਅਕ ਪੱਖ ਵਿੱਚ, ਸਿੱਖ ਵਿਰਾਸਤ ਵਿੱਚ, ਔਰ ਵੱਡੀ ਗੱਲ ਆ ਜੇ ਸਿੱਖ ਰਹਿਤ ਮਰਜ਼ਾਦਾ ਬਣੀ ਤਾਂ ਉਹ ਖਾਲਸਾ ਕਾਲਜ ਦੇ ਪ੍ਰੋਫੈਸਰਾਂ ਨੇ ਸਾਰਾ ਕੰਮ ਕੀਤਾ ਹੈ। ਕਿਸੇ ਵੀ ਦੇਸ਼, ਕੌਮ, ਸੱਭਿਅਤਾ ਦੀ ਉન્નਤੀ ਦਾ ਮੁੱਢਲਾ ਤੇ ਬੁਨਿਆਦੀ ਕਾਰਨ ਉਹਨਾਂ ਦਾ ਵਿਦਿਅਕ ਢਾਂਚਾ ਹੁੰਦਾ ਏ। ਭਾਰਤ ਜਦੋਂ ਗੁਲਾਮੀ ਦੀਆਂ ਜ਼ੰਜੀਰਾਂ 'ਚ ਜਕੜਿਆ ਹੋਇਆ ਸੀ ਤਾਂ ਰਾਜਸੀ ਤਾਕਤ ਦੇ ਕਾਰਨ ਹਰ ਪਾਸੇ ਈਸਾਈਅਤ ਮਤ ਦਾ ਪੂਰਾ ਬੋਲਬਾਲਾ ਹੋਣ ਲੱਗਾ। ਜਾਗਰੂਕ ਲੋਕਾਂ ਦੇ ਅੰਦਰ ਵਿੱਦਿਆ ਪ੍ਰਾਪਤ ਕਰਨ ਦੀ ਚਿਰੰਗ ਉੱਠੀ ਤਾਂ ਸਿੱਖ ਘਰਾਣੇ ਦੇ ਵਿਦਿਆਰਥੀਆਂ ਨੂੰ ਕਨਵੈਂਟ ਸਕੂਲਾਂ ਦੇ ਵਿੱਚ ਪੜ੍ਹਨ ਲਈ ਭੇਜਿਆ ਗਿਆ, ਜਿੱਥੇ ਈਸਾਈ ਪਾਦਰੀਆਂ ਦਾ ਪ੍ਰਭਾਵ ਉਹਨਾਂ ਤੇ ਪੈਣ ਲੱਗਾ। ਉਸ ਸਮੇਂ ਦੇ ਸਿੱਖ ਵਿਦਵਾਨ ਤੇ ਦਾਰਸ਼ਨਿਕ ਲੋਕਾਂ ਦੇ ਲਈ ਇਹ ਚਿੰਤਾ ਦਾ ਵਿਸ਼ਾ ਬਣ ਗਿਆ ਕਿ ਇਸ ਪ੍ਰਭਾਵ ਨੂੰ ਕਿਵੇਂ ਰੋਕਿਆ ਜਾਵੇ। ਲੰਮੇ ਮੰਥਨ ਤੋਂ ਬਾਅਦ ਇਸ ਨਤੀਜੇ ਤੇ ਪਹੁੰਚਿਆ ਗਿਆ ਕਿ ਸਾਨੂੰ ਆਪਣੇ ਵਿਦਿਅਕ ਅਦਾਰੇ ਸਥਾਪਿਤ ਕਰਨੇ ਪੈਣਗੇ, ਜਿਸ ਦੀ ਸ਼ੁਰੂਆਤ ਖਾਲਸਾ ਕਾਲਜ ਦੀ ਨੀਂਹ ਤੋਂ ਰੱਖੀ ਗਈ। ਖਾਲਸਾ ਕਾਲਜ ਅੰਮ੍ਰਿਤਸਰ ਵਿਦਿਅਕ ਜਗਤ ਦੀ ਇਤਿਹਾਸਕ ਸੰਸਥਾ ਜੋ ਭਵਨ ਨਿਰਮਾਣ ਕਲਾ ਦਾ ਅਦਭੁਤ ਨਜ਼ਾਰਾ ਪੇਸ਼ ਕਰਦੀ ਹੈ। ਉੱਤਰੀ ਭਾਰਤ 'ਚ ਕਿਧਰੇ ਵੀ ਕਿਸੇ ਕਾਲਜ ਦੀ ਅਜਿਹੀ ਇਮਾਰਤ ਦਿਖਾਈ ਨਹੀਂ ਦਿੰਦੀ। ਬਾਹਰੋਂ ਤੱਕਣ ਵਾਲੇ ਨੂੰ ਰਾਜਿਆਂ ਮਹਾਰਾਜਿਆਂ ਦੇ ਸ਼ਾਹੀ ਮਹਿਲ ਦਾ ਭੁਲੇਖਾ ਪਾਉਂਦੀ ਇਸ ਵਿਰਾਸਤੀ ਇਮਾਰਤ 'ਚੋਂ ਕਿਲਾ, ਮਹਿਲ ਤੇ ਗੁਰਦੁਆਰਾ ਸਾਹਿਬ ਦੀ ਝਲਕ ਪੈਂਦੀ ਹੈ। ਸਿੰਘ ਸਭਾ ਲਹਿਰ ਨੂੰ ਸਮਰਪਿਤ ਸ਼ਖਸੀਅਤਾਂ ਦੀਆਂ ਸ਼ੁਭ ਭਾਵਨਾਵਾਂ, ਕੌਮੀ ਵਿਦਿਅਕ ਲਹਿਰ ਲਈ ਨੇਕ ਇਰਾਦਿਆਂ ਦੀ ਹਿੰਮਤ, ਦਾਨੀਆਂ ਤੇ ਕਿਰਤੀਆਂ ਦੀਆਂ ਅਰਦਾਸਾਂ, ਬੰਦਗੀ ਵਾਲੀਆਂ ਰੂਹਾਂ ਦੀ ਰੱਬੀ ਭਗਤੀ ਤੇ ਸੁਹਿਰਦ ਪ੍ਰਬੰਧਕਾਂ ਦੀਆਂ ਕਾਲਨਾਵਾਂ ਦਾ ਸੁਮੇਲ ਹੈ ਖਾਲਸਾ ਕਾਲਜ। 5 ਮਾਰਚ 1892 ਜਦੋਂ ਉਸ ਸਮੇਂ ਦੇ ਪੰਜਾਬ ਦੇ ਗਵਰਨਰ ਸਰ ਜੇਮਸ ਬਰਾਡਵੁੱਡ ਲਾਇਲ ਨੇ ਖਾਲਸਾ ਕਾਲਜ ਦਾ ਨੀਂਹ ਪੱਥਰ ਰੱਖਿਆ, ਜਿੱਥੇ ਅੱਜ ਕਾਲਜ ਦਾ ਗੁਰਦੁਆਰਾ ਸਾਹਿਬ ਸੁਭਾਇਮਾਨ ਹੈ। ਖਾਲਸਾ ਕਾਲਜ ਕੌਂਸਲ ਦਾ ਹੋਂਦ 'ਚ ਆਉਣ ਦਾ ਪ੍ਰਮੁੱਖ ਕਾਰਨ ਸਿੰਘ ਸਭਾ ਲਹਿਰ ਦੀਆਂ ਸਤਿਕਾਰਤ ਸ਼ਖਸੀਅਤਾਂ ਦੀ ਸਿੱਖ ਵਿਦਿਅਕ ਲਹਿਰ ਪ੍ਰਤੀ ਸਮਰਪਿਤ ਵਿਚਾਰਧਾਰਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਤਕਰੀਬਨ 1 ਦਹਾਕੇ ਵਿੱਚ ਹੀ ਸਿੱਖ ਰਾਜ ਦਰਬਾਰ ਦੇਖਦਿਆਂ ਹੀ ਦੇਖਦਿਆਂ ਖੇਰੂ ਹੁੰਦਿਆਂ ਔੜਕ ਖਤਮ ਹੋ ਗਿਆ। ਪੰਜਾਬ ਦਾ ਰਾਜ ਭਾਗ ਖੁੱਸ ਜਾਣ ਉਪਰੰਤ ਸਿੱਖ ਪੰਥ ਇੱਕ ਅਜੀਬ ਸਥਿਤੀ 'ਚੋਂ ਗੁਜ਼ਰ ਰਿਹਾ ਸੀ ਤੇ ਦੂਜੇ ਪਾਸੇ ਈਸਾਈ ਪਾਦਰੀਆਂ ਰਾਹੀਂ ਅੰਗਰੇਜ਼ ਆਪਣਾ ਪ੍ਰਭਾਵ ਵਧਾ ਰਹੇ ਸਨ, ਜਿਸ ਦਾ ਸਿੱਖ ਧਰਮ ਤੇ ਧਾਰਮਿਕ ਵਿਵਸਥਾ ਤੇ ਵੀ ਬਹੁਤ ਪ੍ਰਭਾਵ ਪਿਆ। ਇੱਥੋਂ ਤੱਕ 1853 ਈਸਵੀ ਤੱਕ ਮਹਾਰਾਜਾ ਦਲੀਪ ਸਿੰਘ ਨੂੰ ਵੀ ਈਸਾਈ ਧਰਮ ਦੇ ਵਿੱਚ ਸ਼ਾਮਲ ਕਰ ਲਿਆ ਗਿਆ। 1873 'ਚ ਅੰਮ੍ਰਿਤ ਮਿਸ਼ਨ ਸਕੂਲ ਦੇ 4 ਸਿੱਖ ਵਿਦਿਆਰਥੀਆਂ ਨੇ ਜਦੋਂ ਈਸਾਈ ਧਰਮ 'ਚ ਸ਼ਾਮਲ ਹੋਣ ਦੀ ਇੱਛਾ ਜ਼ਾਹਰ ਕੀਤੀ ਤਾਂ ਦਰਦਵੰਤ ਸਿੱਖਾਂ ਨੂੰ ਪਾਣੀ ਸਿਰਾਂ ਤੋਂ ਲੰਘਦਾ ਜਾਪਿਆ, ਜਿਸ ਦੇ ਨਤੀਜੇ ਵਜੋਂ 1873 ਨੂੰ ਪਹਿਲੀ ਸਿੰਘ ਸਭਾ ਸਥਾਪਿਤ ਹੋਈ। ਸਾਡੀ ਸਭ ਤੋਂ ਪਹਿਲਾਂ 1873 ਦੇ ਵਿੱਚ ਸਿੰਘ ਸਭਾ ਲਹਿਰ ਬਣਦੀ ਹੈ। ਫਿਰ ਸਾਡੀ ਅੱਗੇ 1873 'ਚ ਹੀ ਥਾਂ ਲਾਹੌਰ ਚੀਫ ਖਾਲਸਾ ਦੀਵਾਨ, ਫਿਰ ਅੰਮ੍ਰਿਤਸਰ ਚੀਫ ਖਾਲਸਾ ਦੀਵਾਨ, ਸਾਰੇ ਸ਼ਹਿਰਾਂ 'ਚ ਬਣਨੀਆਂ ਸ਼ੁਰੂ ਹੋਈਆਂ।
ਫਿਰ ਇਹ ਸੈਂਟਰਲ ਚੀਫ ਖਾਲਸਾ ਦੀਵਾਨ ਵੀ ਬਣੀ। ਔਰ ਇਹਨਾਂ ਦਾ ਸਭ ਤੋਂ ਵੱਡਾ ਉਪਰਾਲਾ ਇਹ ਸੀ ਵੀ ਅਸੀਂ ਸਿੱਖ ਵਿਦਿਅਕ ਅਦਾਰੇ ਸਥਾਪਿਤ ਕਰੀਏ, ਉਹਦੇ ਨਾਲ ਇੱਕ ਤੇ ਆਧੁਨਿਕ ਯੁੱਗ ਦੀ ਵਿਦਿਆ ਦੇਈਏ। ਸਾਡੇ ਬੱਚੇ, ਕਿਉਂਕਿ ਅੰਗਰੇਜ਼ਾਂ ਦੇ ਨਾਲ ਅਸੀਂ ਇਹ ਮੰਨ ਕੇ ਚੱਲਦੇ ਹਾਂ ਵੀ ਜਿਹੜਾ ਆਧੁਨਿਕ ਯੁੱਗ, ਮਾਡਰਨ ਯੁੱਗ ਆ, ਮਾਡਰਨਿਟੀ ਆ, ਉਹ ਜਿਹੜਾ ਨੌਕਰੀਆਂ ਦਾ ਯੁੱਗ ਆ, ਇਹ ਖਾਸ ਕਰਕੇ ਅੰਗਰੇਜ਼ਾਂ ਦੇ ਆਉਣ ਨਾਲ ਸ਼ੁਰੂ ਹੁੰਦਾ। ਅਜਿਹੇ ਸਮੇਂ 'ਚ ਨਿਰਮਲ ਪੰਥ ਦੀਆਂ ਰਵਾਇਤਾਂ ਨੂੰ ਬਚਾਉਣ ਲਈ ਸਿੱਖ ਸਕੂਲਾਂ ਤੇ ਕਾਲਜਾਂ ਦਾ ਹੋਂਦ 'ਚ ਆਉਣਾ ਕੌਮ ਦੀ ਮੁੱਖ ਲੋੜ ਸੀ ਤੇ ਇੱਥੋਂ ਹੀ ਖਾਲਸਾ ਕਾਲਜ ਦੀ ਸਥਾਪਨਾ ਦਾ ਇਰਾਦਾ ਧਾਰਿਆ ਗਿਆ। ਜਦੋਂ ਇਹ ਏਜੰਡਾ ਆਇਆ ਕਿ ਅਸੀਂ ਇੱਕ ਪਹਿਲਾਂ ਤੇ ਐਸਟੈਬਲਿਸ਼ਮੈਂਟ ਕਮੇਟੀ ਬਣੀ 22 ਫਰਵਰੀ 1890 ਨੂੰ ਕਿ ਖਾਲਸਾ ਕਾਲਜ ਹੋਂਦ ਵਿੱਚ ਆਵੇ। ਫਿਰ ਉਸ ਸਮੇਂ ਦੀ ਰਾਣੀ ਨੂੰ ਜਿਹੜਾ ਉਹ ਆਪਣਾ ਸਾਰਾ ਜਾਣਕਾਰੀ ਦਿੱਤੀ ਕਿ ਅਸੀਂ ਆਹ ਕੁਝ ਚਾਹੁੰਦੇ ਹਾਂ। ਔਰ ਸਭ ਤੋਂ ਪਹਿਲਾਂ ਸਾਡੇ ਖਾਲਸਾ ਕਾਲਜ ਮਿਡਲ ਸਕੂਲ ਜਿਹੜਾ ਉਹ 22 ਅਕਤੂਬਰ 1893 ਈਸਵੀ ਨੂੰ ਹਾਲਗੇਟ ਦੇ ਬਾਹਰ ਕਿਰਾਏ ਦੀ ਬਿਲਡਿੰਗ ਵਿੱਚ ਸ਼ੁਰੂ ਹੋਇਆ। ਪਰ ਜਿਹੜੀ ਉਹਦੀ ਅਰਦਾਸ ਹੋਈ ਉਹਦੇ ਵਿੱਚ ਲੋਕਾਂ ਨੇ ਇੰਨਾ ਚਾਅ ਕੀਤਾ ਵੀ ਤੜਕੇ 4 ਵਜੇ ਆਸਾ ਦੀ ਵਾਰ ਹੋਈ ਤੇ ਟਾਊਨ ਹਾਲ ਏਡਾ ਵੱਡਾ ਇਕੱਠ ਹੋਇਆ ਕਿ ਪੰਜਾਬ ਦੀਆਂ ਸਾਰੀਆਂ ਸਿੰਘ ਸਭਾਵਾਂ, ਸਿੰਘ ਸਾਹਿਬਾਨ, ਹਰਮੰਦਰ ਸਾਹਿਬ ਦੇ ਸਾਡੇ ਪ੍ਰਬੰਧਕ, ਸ਼ੁਕਰਾਨੇ ਦੀ ਅਰਦਾਸ ਹੋਈ। ਤੇ ਇਹ ਜਿਹੜਾ ਮੇਨ ਇਹ ਜਿੱਥੇ ਅਸੀਂ ਹੁਣ ਗੱਲ ਕਰ ਰਹੇ ਹਾਂ, ਇਹ ਜਿਹੜਾ ਮੇਨ ਖਾਲਸਾ ਕਾਲਜ ਦੀਆਂ ਜਿਹੜੀਆਂ ਕਲਾਸਾਂ ਇਹ ਮਈ 1897 ਵਿੱਚ ਸ਼ੁਰੂ ਹੋਈਆਂ। ਪਰ ਇਹਦਾ ਜਿਹੜਾ ਨੀਂਹ ਪੱਥਰ ਹੈ ਉਹ 5 ਮਾਰਚ 1892 ਨੂੰ ਇੱਥੇ ਰੱਖਿਆ ਗਿਆ। ਉਸ ਸਥਾਨ ਤੇ ਸਾਡਾ ਗੁਰਦੁਆਰਾ ਸਾਹਿਬ ਹੈ, ਕਿਉਂਕਿ ਸਾਡੇ ਬਾਬਿਆਂ ਦਾ ਵੱਡਾ ਏਜੰਡਾ ਸੀ ਕਿ ਇਹਦੇ ਵਿੱਚ ਇਹ ਇੰਨਾ ਵੱਡਾ ਹੋਵੇ। ਖਾਸ ਕਰਕੇ ਇਹ ਜ਼ਮੀਨ ਨੂੰ ਖਰੀਦਣ ਦੇ ਵਿੱਚ ਸਰਦਾਰ ਸੁੰਦਰ ਸਿੰਘ ਮਜੀਠੀਆ ਹੋਰਾਂ ਦਾ ਬਹੁਤ ਵੱਡਾ ਜਿਹੜਾ ਯੋਗਦਾਨ ਹੈ। ਉਹਨਾਂ ਨੇ ਰਾਜਿਆਂ ਮਹਾਰਾਜਿਆਂ ਕੋਲੋਂ, ਚਾਹੇ ਉਹ ਨਾਭੇ ਦੀ ਰਿਆਸਤ ਸੀ, ਚਾਹੇ ਉਹ ਫਰੀਦਕੋਟੀਏ ਸੀ, ਚਾਹੇ ਉਹ ਕਪੂਰਥਲੇ ਦੇ ਸੀ, ਝੋਲੀਆਂ ਅੱਡ ਕੇ ਵੀ ਇੱਥੇ ਦਾਨ ਮੰਗਿਆ ਕਿ ਸਾਨੂੰ ਇੱਕ ਖਾਲਸਾ ਯੂਨੀਵਰਸਿਟੀ ਵੀ ਚਾਹੀਦੀ ਹੈ, ਕਿਉਂਕਿ ਉਦੋਂ ਅਲੀਗੜ੍ਹ ਯੂਨੀਵਰਸਿਟੀ ਵੀ ਬਣ ਗਈ ਸੀ 1920 ਤੱਕ। ਤਾਂ ਉਹਨਾਂ ਨੂੰ ਇਹ ਸੀ ਵੀ ਇੱਕ ਸਿੱਖਾਂ ਦੀ ਯੂਨੀਵਰਸਿਟੀ ਹੋਵੇ ਤੇ ਸਿੱਖ ਵਿਦਿਆਰਥੀ ਇਹੋ ਜਿਹੇ ਅਦਾਰੇ ਵਿੱਚ ਆ ਕੇ ਏਡਾ ਵੱਡਾ ਸੋਚੇ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜਿਹੜੀਆਂ ਸਭ ਤੋਂ ਇਹਦੀ ਵਿਰਾਸਤੀ ਬਿਲਡਿੰਗ ਆ, ਇਹਦੀ ਹਾਈਟ ਬਹੁਤ ਉੱਚੀ ਹੈ। ਛੱਤਾਂ ਜਾ ਕੇ ਦੇਖੋਗੇ ਤੁਸੀਂ ਸਾਰੇ ਆਲੇ ਦੁਆਲੇ ਨੂੰ ਜਦੋਂ ਤੁਸੀਂ ਘੋਖਦੇ ਹੋ ਕਿ ਵੱਡੇ ਥਾਂ ਤੇ ਆ ਕੇ ਸਾਡਾ ਵਿਦਿਆਰਥੀ ਬਹੁਤ ਉੱਚਾ ਸੋਚੇ। ਇਸ ਤਰ੍ਹਾਂ ਇਹ ਖਾਲਸਾ ਕਾਲਜ ਨੇ ਸਪੋਰਟਸ ਵਿੱਚ, ਵਿਦਿਅਕ ਪੱਖ ਵਿੱਚ, ਸਿੱਖ ਵਿਰਾਸਤ ਵਿੱਚ, ਔਰ ਵੱਡੀ ਗੱਲ ਹੈ ਜੇ ਸਿੱਖ ਰਹਿਤ ਮਰਜ਼ਾਦਾ ਬਣੀ ਤਾਂ ਉਹ ਖਾਲਸਾ ਕਾਲਜ ਦੇ ਪ੍ਰੋਫੈਸਰਾਂ ਨੇ ਸਾਰਾ ਕੰਮ ਕੀਤਾ। ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦ ਹੋਂਦ ਵਿੱਚ ਆਈ ਤਾਂ ਸਭ ਤੋਂ ਵੱਧ ਸਹਿਯੋਗ ਜਿਹੜਾ ਉਹ ਖਾਲਸਾ ਕਾਲਜ ਦੀ ਸਾਡੀ ਪ੍ਰਬੰਧਕਾਂ ਦਾ ਔਰ ਪ੍ਰੋਫੈਸਰਾਂ ਦਾ ਰਿਹਾ। ਜੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸਥਾਪਿਤ ਹੋਇਆ ਮਾਸਟਰ ਤਾਰਾ ਸਿੰਘ ਜੀ ਦੀ ਕੋਠੀ ਦੇ ਲਾਗੇ, ਤੇ ਸ਼੍ਰੋਮਣੀ ਕਮੇਟੀ ਨੇ ਇਸ ਲਈ ਬਣਾਇਆ ਕਿ ਖਾਲਸਾ ਕਾਲਜ ਦੇ ਜਿਹੜੇ ਪ੍ਰੋਫੈਸਰ ਹੈ ਉਹ ਸਾਡੇ ਪ੍ਰਚਾਰਕਾਂ ਨੂੰ ਪੜ੍ਹਾਇਆ ਕਰਨਗੇ। ਔਰ ਮੈਕਸੀਮਮ ਜਿਹੜੀ ਸਿੱਖ ਇਤਿਹਾਸ ਦੀ ਖੋਜਕਾਰੀ ਡਾਕਟਰ ਗੰਡਾ ਸਿੰਘ ਜੀ ਤੋਂ ਲੈ ਕੇ ਇੱਥੇ ਡਾਕਟਰ ਕਿਰਪਾਲ ਸਿੰਘ ਜੀ ਹੋਰਾਂ ਨੇ, ਡਾਕਟਰ ਵਿਦਿਆਰਥੀ ਜੀ ਹੋਰਾਂ ਨੇ, ਹੋਰ ਬਹੁਤ ਸਾਰੇ ਵਿਦਵਾਨਾਂ ਨੇ ਕੰਮ ਕੀਤਾ। ਜੇ ਸਾਡੀ ਗੁਰਬਾਣੀ ਵਿਆਖਿਆਕਾਰੀ ਆਈ ਤਾਂ 1909 ਵਿੱਚ ਇੱਥੇ ਬਿਸ਼ਨ ਸਿੰਘ ਗਿਆਨੀ ਹੋਰੀ ਸਾਡੇ ਧਾਰਮਿਕ ਦੇ ਟੀਚਰ ਵੀ ਸਨ, ਗ੍ਰੰਥੀ ਵੀ ਸਨ। ਉਹਨਾਂ ਨੇ 6 ਭਾਗਾਂ ਵਿੱਚ ਦਸਮ ਬਾਣੀ ਔਰ 8 ਭਾਗਾਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕੀਤਾ। ਉਸ ਤੋਂ ਬਾਅਦ ਪ੍ਰੋਫੈਸਰ ਸਾਹਿਬ ਸਿੰਘ ਜੀ ਆਏ ਜਿਨ੍ਹਾਂ ਨੇ ਟੀਕਾਕਾਰੀ ਦਾ ਇੱਕ ਹੋਰ ਉੱਚਾ ਮਿਆਰ ਸਥਾਪਿਤ ਕੀਤਾ। ਸਰਦਾਰ ਧਰਮਾਨੰਦ ਸਿੰਘ ਜੀ ਇੱਥੇ ਰਹੇ। ਡਾਕਟਰ ਤਾਰਨ ਸਿੰਘ ਜੀ ਨੇ ਫਿਲਾਸਫੀ ਤੇ ਕਮਾਲ ਦਾ ਕੰਮ ਕੀਤਾ। ਔਰ ਮੈਂ ਕਹਿੰਦਾ ਕਿ ਸਮੁੱਚੇ ਸਿੱਖ ਪੰਥ ਦੀਆਂ ਫਿਲਾਸਫੀ ਪੱਖੋਂ, ਮਰਿਆਦਾ ਪੱਖੋਂ, ਇਤਿਹਾਸਕਾਰੀ ਪੱਖੋਂ ਜਿਹੜੀ ਅੱਖ ਹੁੰਦੀ ਸੀ ਵੀ ਖਾਲਸਾ ਕਾਲਜ ਦਾ ਜਿਹੜਾ ਜੋ ਵੀ ਕੰਮ ਕਰੇਗਾ ਜਾਂ ਖਾਲਸਾ ਕਾਲਜ ਦੇ ਪ੍ਰੋਫੈਸਰ ਵਿਦਵਾਨ ਜੋ ਵੀ ਕਰਨਗੇ ਉਹ ਇੱਕ ਸਰਬ ਪ੍ਰਵਾਨ ਤੁਹਾਨੂੰ ਕਾਰਜ ਗਿਣਿਆ ਜਾਂਦਾ ਰਿਹਾ ਔਰ ਅੱਜ ਵੀ ਗਿਣਿਆ ਜਾਂਦਾ। ਸੋ ਇਸ ਤਰ੍ਹਾਂ ਖਾਲਸਾ ਕਾਲਜ ਐਸਟੈਬਲਿਸ਼ਮੈਂਟ ਕਮੇਟੀ ਦੀ ਸਥਾਪਨਾ ਹੋਈ ਜਿਸ ਨੇ ਹਰ ਖੇਤਰ 'ਚ ਨਾਮਵਰ ਸ਼ਖਸੀਅਤਾਂ ਪੈਦਾ ਕੀਤੀਆਂ। ਖਾਲਸਾ ਕਾਲਜ ਦੀ ਕੇਵਲ ਇਮਾਰਤੀ ਲਾਸਾਨੀ ਨਹੀਂ ਬਲਕਿ ਇਸ ਦਾ ਆਲਾ ਦੁਆਲਾ ਵੀ ਬਹੁਤ ਸੁੰਦਰ ਤੇ ਪ੍ਰਭਾਵਸ਼ਾਲੀ ਹੈ। ਇਤਿਹਾਸਕ ਇਮਾਰਤ ਨੂੰ ਬਣਾਉਣ ਸਮੇਂ ਇੱਕ ਵੀ ਟੁੱਟੀ ਇੱਟ ਦੀ ਵਰਤੋਂ ਨਹੀਂ ਹੋਈ ਤੇ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਦੇ ਲਈ ਇੱਥੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਾਈ ਗਈ ਸੀ।
ਜਿਸ ਥਾਂ ਤੇ ਖਾਲਸਾ ਕਾਲਜ ਦੀ ਸਥਾਪਨਾ ਹੋਈ, ਸਿੱਖ ਇਤਿਹਾਸ ਦੇ ਨਾਲ ਉਸ ਥਾਂ ਦਾ ਵੀ ਗੂੜਾ ਸੰਬੰਧ ਹੈ। ਇੱਥੇ ਹੀ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੇ ਮੁਗਲ ਹਾਕਮ ਸ਼ਾਹਜਹਾਨ ਦਰਮਿਆਨ ਜੂਨ 1628 ਈਸਵੀ 'ਚ ਪਹਿਲਾ ਯੁੱਧ ਹੋਇਆ ਤੇ ਇਹ ਥਾਂ ਰਣ ਫਤਿਹ ਦੀ ਗਵਾਏ। ਇੱਥੇ ਦਾਖਲ ਹੋਣ ਵਾਲੇ ਪਹਿਲੇ 3 ਵਿਦਿਆਰਥੀ ਸਿੱਖ, ਹਿੰਦੂ ਤੇ ਮੁਸਲਿਮ ਪਰਿਵਾਰਾਂ 'ਚੋਂ ਸਨ। ਇੱਥੋਂ ਦੇ ਪ੍ਰਬੰਧਕ ਦੂਰ ਦੂਰ ਤੱਕ ਕਾਲਜ ਦੇ ਪ੍ਰਚਾਰ ਲਈ ਤੇ ਉਗਰਾਹੀ ਦੀਆਂ ਅਪੀਲਾਂ ਕਰਨ ਲਈ ਵੀ ਜਾਂਦੇ ਰਹੇ। ਕਾਲਜ ਦੀ ਉਸਾਰੀ ਲਈ ਇੱਟਾਂ ਤਿਆਰ ਕਰਨ ਵਾਸਤੇ ਕਾਲਜ ਦੇ ਚੌਗਿਰਦੇ ਅੰਦਰ ਹੀ ਪੱਠੇ ਲਗਾਏ ਗਏ। ਇਸ ਦੀ ਹਰ ਇੱਟ ਸ਼ਰਧਾ ਭਾਵਨਾ ਨਾਲ ਬਣਾਈ ਤੇ ਟਿਕਾਈ ਗਈ। ਇਹ ਵੀ ਪਤਾ ਲੱਗਦਾ ਹੈ ਕਿ ਉਸ ਸਮੇਂ ਇੱਟ ਤੋੜਨ ਦੀ ਥਾਂ ਸੰਚੇ ਅਨੁਸਾਰ ਤਿਆਰ ਕੀਤੀ ਗਈ ਤੇ ਵੱਖ-ਵੱਖ ਸੰਚਿਆਂ 'ਚ 7 ਪ੍ਰਕਾਰ ਦੀਆਂ ਇੱਟਾਂ ਤਿਆਰ ਕੀਤੀਆਂ ਗਈਆਂ। ਜੋ ਭਾਵਨਾ ਦੇ ਨਾਲ ਸਾਡਿਆਂ ਵਡੇਰਿਆਂ ਨੇ ਜਦੋਂ ਇਹਦਾ ਨੀਂਹ ਪੱਥਰ ਰੱਖਿਆ, ਇਹਦੇ 'ਚ ਇੱਟ ਤੋੜ ਕੇ ਨਹੀਂ ਲਾਈ, ਇੱਥੇ ਪੱਠੇ ਆਪਣੇ ਲਾਏ। 7 ਤਰ੍ਹਾਂ ਦੇ ਸੰਚੇ ਸਨ। ਆਪਣੀਆਂ ਇੱਟਾਂ ਜਿਹੋ ਜੀ ਲੋੜ ਆ ਉਹੋ ਜੀ ਤਿਆਰ ਕੀਤੀ ਗਈ। ਮਤਲਬ ਇਹ ਵੇਖੋ, ਇਹਨੂੰ ਇੱਕ ਫਿਲਾਸਫੀ ਕਹੋ ਕਿ ਵਿਦਿਅਕ ਅਦਾਰੇ ਏਡੇ ਮਹਾਨ ਹੁੰਦੇ ਆ ਕਿ ਇੱਥੇ ਇੱਟਾਂ ਤੋੜ ਕੇ ਨਹੀਂ ਲਾਈਆਂ ਜਾਂਦੀਆਂ, ਇਹਨਾਂ ਨੂੰ ਸਥਾਪਨਾ ਕੀਤੀ ਜਾਂਦੀ ਹੈ, ਇਹਨਾਂ ਦਾ ਵਜੂਦ ਕਾਇਮ ਕੀਤਾ ਜਾਂਦਾ ਹੈ। ਔਰ ਇਹਦੀ ਹੋਂਦ, ਇਹਦਾ ਨਿਆਰਾਪਣ, ਭਾਈ ਰਾਮ ਸਿੰਘ ਜੀ ਦੀ ਨਕਸ਼ਾ ਨਵੀਸੀ, ਕਿਉਂਕਿ ਉਦੋਂ ਅਜੇ ਲਾਈਟ ਦਾ ਐਡਾ ਵੱਡਾ ਪ੍ਰਬੰਧ ਤਾਂ ਨਹੀਂ ਸੀ ਸੰਸਾਰ 'ਚ ਆਇਆ, ਪਰ ਗਰਮੀ ਵੀ ਹੋਵੇ ਤਾਂ ਤੁਹਾਨੂੰ ਕਿਸੇ ਕਮਰੇ ਵਿੱਚ ਜਿਹੜੀ ਗਰਮੀ ਮਹਿਸੂਸ ਨਹੀਂ ਹੋਊਗੀ। ਤੁਸੀਂ ਕਲਾਸ ਲੈ ਰਹੇ ਹੋ। ਭਾਈ ਰਾਮ ਸਿੰਘ ਭਾਵੇਂ ਉਹਨਾਂ ਦਾ ਅਕੈਡਮਿਕ ਪੱਖ ਬਹੁਤ ਨਹੀਂ ਸੀ, ਪਰ ਉਹਨਾਂ ਦਾ ਕੁਦਰਤ ਵੱਲੋਂ ਉਹਨਾਂ ਨੂੰ ਜਿਹੜਾ ਗੋਡ ਗਿਫਟ ਸੀਗਾ, ਉਹਨਾਂ ਨੇ ਲਾਹੌਰ ਜਿਹੜਾ ਆਰਟ ਕਾਲਜ ਦੇ ਵਾਈਸ ਪ੍ਰਿੰਸੀਪਲ ਵੀ ਰਹੇ। ਉਹਨਾਂ ਨੇ ਰਾਣੀ ਦਾ ਜਿਹੜਾ ਇੱਕ ਤਖਤੇ ਤੌਸ ਬਣਾ ਕੇ ਦਿੱਤਾ ਲੰਡਨ ਦੇ ਵਿੱਚ। ਪਹਿਲੀ ਗੱਲ ਤਾਂ ਇਹਨਾਂ ਦੇ ਗੇਟਾਂ ਤੋਂ ਲੰਘ ਕੇ ਹੀ ਬੱਚੇ ਦਾ ਸੁਭਾਅ ਜਿਹੜਾ ਉਹ ਚੇਂਜ ਹੋ ਜਾਂਦਾ ਹੈ ਕਿ ਇਹ ਇੱਕ ਧਰਮ ਮੰਦਰ ਵੀ ਲੱਗਦਾ, ਵਿਦਿਆ ਮੰਦਰ ਵੀ ਲੱਗਦਾ, ਔਰ ਇਹਦੇ ਵਿੱਚ ਬਹੁਤ ਵੱਡਾ ਸੁਨੇੜਾ ਵੀ ਹੈ ਵੀ ਤੁਸੀਂ ਇਹਨਾਂ ਥਾਵਾਂ ਤੇ ਆ ਕੇ ਉਹਨਾਂ ਬਜ਼ੁਰਗਾਂ ਦੀਆਂ ਭਾਵਨਾਵਾਂ ਦੀ ਲਾਜਪਤ ਵੀ ਰੱਖਣੀ ਹੈ, ਆਪਣੀ ਹੋਂਦ ਵੀ ਸਥਾਪਿਤ ਕਰਨੀ ਹੈ। ਪਿਛਲੇ ਪਾਸੇ ਵੇਖਿਆ ਇਹ ਇਮਾਰਤ ਅੰਗਰੇਜ਼ੀ ਦੇ ਅੱਖਰ ਯੂ ਵਰਗੀ ਲੱਗਦੀ ਹੈ, ਵਿਚਕਾਰ ਤੋਂ ਵੇਖੀਏ ਤਾਂ ਐਚ ਵਰਗੀ ਸ਼ਕਲ ਜਾਪਦੀ ਹੈ। ਖਾਲਸਾ ਕਾਲਜ ਦੀ ਇਮਾਰਤ ਉੱਪਰ ਉੱਚੇ ਗੋਲ ਗੁੰਬਦ ਤੇ ਮਮਟੀਆਂ ਧਾਰਮਿਕਤਾ ਦੇ ਚਿੰਨ੍ਹ ਹਨ। ਇਹ ਵਿਦਿਅਕ ਸ਼ਕਤੀ ਦੇ ਨਾਲ-ਨਾਲ ਰੂਹਾਨੀਅਤ ਤੇ ਧਾਰਮਿਕਤਾ ਦਾ ਵੀ ਸੁਮੇਲ ਹੈ। ਜਿਵੇਂ ਧਰਤੀ ਇੱਕ ਧਾਰਮਿਕ ਮਿੱਥ ਮੁਤਾਬਕ ਧੌਲ ਦੇ ਸਿੰਘਾਂ ਉੱਪਰ ਖੜੀ ਹੈ, ਇਵੇਂ ਹੀ ਖਾਲਸਾ ਕਾਲਜ ਦੀ ਇਮਾਰਤ ਗੁਰਦੁਆਰਾ ਸਾਹਿਬ ਦੇ ਧੁਰੇ ਰੂਪੀ ਓਟ ਆਸਰੇ ਉੱਤੇ ਹੈ। ਪਿਛਲੇ ਪਾਸੇ ਤੋਂ ਇਮਾਰਤ ਦੀਆਂ 2 ਬਾਹੀਆਂ ਗੁਰਦੁਆਰਾ ਸਾਹਿਬ ਵੱਲ ਬਾਹਾਂ ਦੇ ਰੂਪ ਵਿੱਚ ਵਧੀਆਂ ਨਜ਼ਰ ਆਉਂਦੀਆਂ ਹਨ। ਖਾਲਸਾ ਕਾਲਜ ਦੀ ਬਿਲਡਿੰਗ ਤੁਹਾਨੂੰ ਵੀ ਇਹ ਵੀ ਸਾਡੇ ਪੂਰੀ ਸਿੱਖ ਵਿਰਾਸਤ ਨਾਲ ਜੁੜਦੀ ਨਜ਼ਰ ਆਉਂਦੀ ਆ। ਫਿਰ ਇਹਦੇ ਸੈਂਟਰ 'ਚ ਐਨ ਗੁਰਦੁਆਰਾ ਸਾਹਿਬ ਆ। ਇਹਦੇ ਸਾਰੇ ਬੂਹੇ ਬਾਰੀਆਂ ਖਾਲਸਾ ਕਾਲਜ ਦੇ ਅਗਰ ਖੋਲ੍ਹ ਦਿਓ ਤੁਸੀਂ, ਤੇ ਇਹਦੇ 'ਚ ਕਮਰਿਆਂ 'ਚ ਬੈਠੇ ਟੀਚਰ ਨੂੰ, ਕਮਰਿਆਂ 'ਚ ਬੈਠੇ ਸਟੂਡੈਂਟ ਨੂੰ ਖਾਲਸਾ ਕਾਲਜ ਦਾ ਗੁਰਦੁਆਰਾ ਸਾਹਿਬ ਨਜ਼ਰ ਆਉਂਦਾ। ਤੁਸੀਂ ਜੇ ਬਿਲਡਿੰਗ ਦੀ ਇਹਦੀ ਇਮਾਰਤ ਸਾਜੀ ਨੂੰ ਦੇਖੋਗੇ ਤੇ ਪਿਛਲੇ ਪਾਸੋਂ ਗੁਰਦੁਆਰਾ ਸਾਹਿਬ ਤੋਂ ਇਹ ਯੂ ਟਾਈਪ ਆ। ਐਂ ਲੱਗਦਾ ਵੀ ਦੋਵੇਂ ਬਾਹੀਆਂ ਜਿਵੇਂ ਬਾਹਾਂ ਥੱਲੇ ਲਮਕਾ ਕੇ ਅਸੀਂ ਗੁਰਦੁਆਰਾ ਸਾਹਿਬ ਨੂੰ ਮੱਥਾ ਟੇਕ ਰਹੇ। ਮਤਲਬ ਇਸ ਤਰ੍ਹਾਂ ਜਿਵੇਂ ਗੁਰਦੁਆਰਾ ਸਾਹਿਬ ਨੂੰ ਖਾਲਸਾ ਕਾਲਜ ਨਤਮਸਤਕ ਹੋ ਰਿਹਾ। ਮੁੱਖ ਇਮਾਰਤ ਉੱਤੇ ਇੱਕ ਸਭ ਤੋਂ ਵੱਡਾ ਤੇ ਉੱਚਾ ਗੁੰਬਦ, 10 ਹੋਰ ਵੱਡੇ ਗੁੰਬਦ, 205 ਛੋਟੇ ਗੁੰਬਦ, 411 ਛੋਟੀਆਂ ਮਮਟੀਆਂ, 14 ਪਾਲਕੀਆਂ, 8 ਵੱਡੇ ਤੇ ਛੋਟੇ ਮੀਨਾਰ ਹਨ। ਧਾਰਮਿਕ ਖੇਤਰ ਤੋਂ ਇਲਾਵਾ ਦੇਸ਼ ਦੀ ਆਜ਼ਾਦੀ ਲਈ ਕੀਤੇ ਸੰਘਰਸ਼ਾਂ 'ਚ ਖਾਲਸਾ ਕਾਲਜ ਨੇ ਮੋਹਰੀ ਰੋਲ ਅਦਾ ਕੀਤਾ। ਖੇਡਾਂ ਦੇ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਦੇ ਵਿਦਿਆਰਥੀਆਂ ਨੇ ਓਲੰਪਿਕਸ ਤੱਕ ਮਾਰ ਕੇ ਮਾਰੇ। ਸਭ ਤੋਂ ਵੱਡੀ ਗੱਲ ਇਹ ਕਿ ਸਿੱਖ ਧਰਮ ਦਾ ਕਾਲਜ ਹੁੰਦੇ ਹੋਏ ਵੀ ਇੱਥੋਂ ਦੀ ਨੀਤੀ ਹਮੇਸ਼ਾ ਧਰਮ ਨਿਰਪੇਖ ਰਹੀ ਹੈ। ਖਾਲਸਾ ਕਾਲਜ ਦੀ ਸਮੁੱਚੀ ਇਮਾਰਤ ਦਾ ਰੰਗ ਕੁਦਰਤੀ ਰੂਪ ਵਾਲਾ ਏ। ਕਿਤੇ ਵੀ ਪਲਸਤਰ ਦਾ ਪਲੇਥਣ ਨਹੀਂ ਤੇ ਬਨਾਵਟੀ ਦਿੱਖ ਤੋਂ ਰਹਿਤ ਹੈ। ਬਨਾਵਟੀ ਰੰਗ ਵਕਤ ਦੇ ਨਾਲ ਬਦਲ ਜਾਂਦੇ ਹਨ, ਪਰ ਇਹ ਇਮਾਰਤ ਆਪਣੇ ਅਸਲ ਨੂੰ ਮੁਖਾਤਬ ਹੈ। ਇਸੇ ਕਾਰਨ ਫਜ਼ੂਲ ਜਾਂ ਵਾਧੂ ਦੀ ਬਨਾਵਟ ਨਾ ਕਰਨ ਦਾ ਸੁਨੇਹਾ ਦਿੰਦੇ ਇਹ ਸੰਦੇਸ਼ ਵੀ ਦਿੰਦਾ ਏ, ਸਗੋਂ ਇਸ ਦਾ ਨਾਮ ਹੀ ਖਾਲਸਾ ਨਹੀਂ, ਇਹ ਖੁਦ ਵੀ ਖਾਲਸਾ
ਖਮੀਰ ਵਾਲੀ ਇਮਾਰਤ ਹੈ। ਇਹ ਇਮਾਰਤ ਖਾਸ ਵਡੱਪਣ ਦਾ ਅਹਿਸਾਸ ਪੈਦਾ ਕਰਦੀ ਹੈ। ਇਸ ਕਾਲਜ ਦੀ ਦਿੱਖ ਛੋਟਾ ਸੋਚਣ ਜਾਂ ਛੋਟਾ ਕਰਨ ਦੇ ਵਿਰੋਧ ਵਿੱਚ ਖੜੀ ਨਜ਼ਰ ਆਉਂਦੀ ਹੈ। ਇਸੇ ਕਾਰਨ ਇਸ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦਾ ਕੋਈ ਸਾਨੀ ਨਹੀਂ ਹੈ। ਇਸ ਦੇ ਪੈਦਾ ਕੀਤੇ ਆਰਮੀ ਅਫਸਰਾਂ, ਪ੍ਰਸ਼ਾਸਕੀ ਅਫਸਰਾਂ, ਖਿਡਾਰੀਆਂ, ਡਾਕਟਰਾਂ, ਵਿਦਵਾਨਾਂ, ਖੋਜੀਆਂ, ਸੁਤੰਤਰਤਾ ਸੰਗਰਾਮੀਆਂ, ਕਲਾਕਾਰਾਂ ਤੇ ਉਪ ਕੁਲਪਤੀਆਂ ਦੀ ਇੱਕ ਲੰਬੀ ਲੜੀ ਹੈ। ਭਵਿੱਖ ਵਿੱਚ ਮੇਰਾ ਖਿਆਲ ਆ ਅਸੀਂ ਜੇ ਗਿਣਤੀ ਕਰੀਏ ਤੇ ਇੱਥੇ ਤਾਂ ਬਹੁਤ ਵੱਡੀ ਹੈ, ਚਾਹੇ ਉਹ ਸਪੋਰਟਸ ਹੈ, ਚਾਹੇ ਅਕੈਡਮਿਕ ਹੈ, ਚਾਹੇ ਰਾਜਨੀਤੀਵਾਨ ਨੇ, ਚਾਹੇ ਧਾਰਮਿਕ ਸ਼ਖਸੀਅਤਾਂ ਨੇ, ਚਾਹੇ ਇਤਿਹਾਸਕਾਰ ਨੇ, ਚਾਹੇ ਟੀਕਾਕਾਰ ਨੇ, ਚਾਹੇ ਫਿਲਾਸਫੀ ਤੇ ਕੰਮ ਕਰਨ ਵਾਲੇ ਨੇ, ਚਾਹੇ ਬਹੁਤ ਸਾਰੀਆਂ ਯੂਨੀਵਰਸਿਟੀਆਂ 'ਚ ਵੀਸੀ ਬਣ ਕੇ ਗਏ ਨੇ, ਪ੍ਰੋਫੈਸਰ ਸਾਹਿਬਾਨ ਨੇ, ਔਰ ਬਹੁਤ ਸਾਰਾ ਇਹਨਾਂ ਨੇ ਜਿਹੜੀ ਇੱਥੋਂ ਖੋਜ ਕਾਰਜ ਹੋਈ ਹੈ। ਹੁਣ ਵੀ ਦੇਸ਼ ਵਿਦੇਸ਼ ਵਿੱਚ ਜਿੰਨੇ ਵੀ ਪੁਰਾਤਨ ਵਿਦਿਆਰਥੀ ਨੇ ਮਤਲਬ ਹੁਣ ਉਹ ਵੱਡੀ ਪੱਧਰ ਤੇ ਜੁੜ ਗਏ ਨੇ, ਕਿਉਂਕਿ ਪਿਛਲੇ 100 ਸਾਲ ਵਿੱਚ ਅਸੀਂ ਵਿਦੇਸ਼ਾਂ ਨੂੰ ਗਏ ਆ ਤੇ ਹੁਣ ਜਿਹੜਾ ਵਿਦੇਸ਼ੀ ਜਿੰਨੇ ਵੀ ਇੱਥੋਂ ਪੁਰਾਣੇ ਪੜ੍ਹ ਕੇ ਗਏ ਨੇ ਹੁਣ ਉਹਨਾਂ ਦੀ ਜਿਹੜੀ ਅਪਣੱਤ ਤੇ ਸਾਂਝ ਉਦੋਂ ਵੀ ਕਿਉਂਕਿ ਮਾਡਰਨ ਮੀਡੀਆ ਦੇ ਨਾਲ ਜੁੜੇ ਤਾਂ ਹੁਣ ਉਹ ਹੋਰ ਵੀ ਜ਼ਿਆਦਾ ਆਪਣੀ ਕਸ਼ਿਸ਼ ਦੇ ਨਾਲ ਇੱਥੇ ਫੇਰੀ ਪਾਉਂਦੇ ਆ ਵੀ ਇਹ ਸਾਡਾ ਕਾਲਜ ਹੈ। ਔਰ ਇਹ ਸਾਡਾ ਕਾਲਜ ਸ਼ਬਦ ਜਾਂ ਜਿਹੜਾ ਇਹਦੇ ਤੇ ਅਧਿਕਾਰ ਹੋਣਾ ਵੀ ਅਸੀਂ ਵੀ ਇੱਥੇ ਰਹੇ ਹਾਂ, ਇਹ ਮੈਂ ਸਮਝਦਾ ਵੀ ਬੜੀ ਵੱਡੀ ਸਵੈਮਾਨ ਵਾਲੀ ਗੱਲ ਹੈ ਜਿਹੜੀ ਸਾਡੇ ਸਕੂਲਾਂ ਕਾਲਜਾਂ ਤੋਂ ਲੈ ਕੇ ਵਿਦਿਆਰਥੀਆਂ ਦੀਆਂ ਭਾਵਨਾ ਨਾਲ ਜਿਉਂਦੀ ਜਾਗਦੀ ਹੈ। ਖਿਡਾਰੀਆਂ ਵਿੱਚ ਓਲੰਪੀਅਨ ਨੇ ਬਲਬੀਰ ਸਿੰਘ ਨੇ, ਜਾਂ ਸਾਡੇ ਖੇਮ ਸਿੰਘ ਜੀ ਹੋਰੀ ਐਗਰੀਕਲਚਰ 'ਚ ਰਹੇ ਨੇ, ਜਾਂ ਬਹੁਤ ਸਾਰੇ ਸਿੰਘ ਸਾਹਿਬਾਨ ਇੱਥੋਂ ਪੜ੍ਹ ਕੇ ਗਏ ਨੇ, ਚਾਹੇ ਉਹ ਪ੍ਰਤਾਪ ਸਿੰਘ ਕੈਰੋਂ ਜੀ ਨੇ, ਉਹ ਖਾਲਸਾ ਕਾਲਜ ਦੇ ਵਿਦਿਆਰਥੀ, ਬਹੁਤ ਸਾਰੇ ਮੇਰੇ ਖਿਆਲ ਡਿਪਟੀ ਕਮਿਸ਼ਨਰ, ਇਹ ਹੈ ਕਾਫੀ ਵੱਡੀ ਗਿਣਤੀ 'ਚ ਨੇ। ਵਿਦੇਸ਼ਾਂ ਵਿੱਚ ਵੀ ਬਹੁਤ ਸਾਰੇ ਸਥਾਪਿਤ ਜਾ ਕੇ ਹੋਏ ਜਿਹੜੇ ਖਾਲਸਾ ਕਾਲਜ ਦੇ ਵਿਦਿਆਰਥੀ ਸਨ। ਇਸ ਕਾਲਜ ਦਾ ਦਰਜਾ ਇੱਕ ਕੌਮੀ ਵਿਰਾਸਤ ਵਜੋਂ ਹੈ। ਇਹ ਕਾਲਜ ਜਿਹਾ ਨਾ ਕੋਈ ਪਹਿਲਾਂ ਸੀ ਤੇ ਨਾ ਕੋਈ ਬਾਅਦ ਵਿੱਚ। ਇਹ ਆਪਣੀ ਕਿਸਮ ਦੀ ਦੁਨੀਆ ਭਰ ਵਿੱਚ ਇੱਕੋ ਇੱਕ ਮਿਸਾਲ ਹੈ। ਅੱਜ ਦੇ ਵਿਰਾਸਤਨਾਮਾ 'ਚ ਅਸੀਂ ਤੁਹਾਨੂੰ ਜਾਣੂ ਕਰਵਾਇਆ ਖਾਲਸਾ ਕਾਲਜ ਦੇ ਸ਼ਾਨਾਮਤੇ ਇਤਿਹਾਸ ਤੋਂ। ਤੁਹਾਡੇ ਜ਼ਿਹਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਸਵਾਲ ਹੈ ਤਾਂ ਤੁਸੀਂ ਸਾਨੂੰ ਮੇਲ ਕਰ ਸਕਦੇ ਹੋ। ਅਗਲੀ ਵਾਰ ਕਿਸੇ ਨਵੀਂ ਥਾਂ ਤੇ ਤੁਹਾਨੂੰ ਨਵੇਂ ਲੋਕਾਂ ਦੇ ਰੂਬਰੂ ਕਰਾਵਾਂਗੇ। ਹੁਣ ਮੈਨੂੰ ਪਰਮਜੀਤ ਸਿੰਘ ਨੂੰ ਦਿਓ ਇਜਾਜ਼ਤ। ਦੇਸ਼ ਦੁਨੀਆ ਦੀਆਂ ਵੱਡੀਆਂ ਖਬਰਾਂ ਲਈ ਤੁਸੀਂ ਇਸੇ ਤਰ੍ਹਾਂ ਬਣੇ ਰਹੋ ABP ਸਾਂਝਾ ਦੇ ਨਾਲ। ਧੰਨਵਾਦ।